Welcome back students. In this presentation we shall talk about resource centers or resource corners. As such teaching learning material to beyond है अपने paper ਦੇ ਵਿੱਚ when you have to write you can give a small mention about this. Now this is what they are talking of is ਕਿ ਆਪਾਂ ਆਪਣੇ room ਜਿਵੇਂ labs ਹੁੰਦੀਆਂ ਨੇ ਉਸੇ ਤਰ੍ਹਾਂ ਆਪਾਂ inclusive school ਵਿੱਚ ਜਾਂ special education ਦੇ under ਅਸੀਂ ਬੱਚੇ ਦੀਆਂ disabilities ਜਾਂ learning difficulties ਦੇ ਮੁਤਾਬਿਕ ਇੱਕ special corner ਬਣਾ ਲਾਂਗੇ ਜਿਹਦੇ ਵਿੱਚ ਬੱਚੇ ਜਿਹੜੇ ਰੈਗੂਲਰ ਕਲਾਸਰੂਮ 'ਚ ਜਾ ਰਹੇ ਨੇ ਬਟ ਜਿਨ੍ਹਾਂ ਨੂੰ ਕੁਝ ਸਪੈਸ਼ਲ ਟੀਚਿੰਗ ਇੰਸਟਰਕਸ਼ਨਸ ਦੀ ਲੋੜ ਆ ਉਹਨਾਂ ਬੱਚਿਆਂ ਲਈ ਆਪਾਂ ਉਹਨੂੰ ਯੂਜ਼ ਕਰਾਂਗੇ ਸੋ ਨਾਰਮਲੀ ਇੱਕ ਲਾਰਜ ਕਲਾਸਰੂਮ ਹੁੰਦਾ ਸਕੂਲ ਬਿਲਡਿੰਗ ਵਿੱਚ ਜਿਸ 'ਚ ਕਾਫੀ ਫੈਸਿਲਿਟੀਜ਼ ਹੁੰਦੀਆਂ ਨੇ ਫॉर ਚਿਲਡਰਨ ਵਿਦ ਸਪੈਸ਼ਲ ਨੀਡਸ ਦਿਸ ਕੈਨ ਇਨਕਲੂਡ ਰੈਮੀਡੀਅਲ ਕੰਪਨਸੇਟਰੀ ਤੇ ਡਿਵੈਲਪਮੈਂਟਲ ਇੰਸਟਰਕਸ਼ਨਸ ਜੋ ਆਪਾਂ ਬੱਚਿਆਂ ਨੂੰ ਛੋਟੇ ਛੋਟੇ ਉਹਦੇ 'ਚ ਦੇ ਸਕਦੇ ਹਾਂ ਸੋ ਦਿਸ ਕਾਈਂਡ ਆਫ ਅ ਰਿਸੋਰਸ ਰੂਮ ਕੈਨ ਬੀ ਡਿਵੈਲਪ ਐਂਡ ਇਟ ਕੈਨ ਬੀ ਯੂਜ਼ਡ ਐਜ਼ ਅ ਰਿਸੋਰਸ ਸੈਂਟਰ ਜਦੋਂ ਬੱਚੇ ਨੂੰ ਆਪਾਂ ਨਾਰਮਲ ਕਲਾਸਰੂਮ ਪੜ੍ਹਾ ਤਾ ਉਹਨੂੰ ਕੁਛ ਨਹੀਂ ਸਮਝ ਆਇਆ ਫਿਰ ਆਪਾਂ ਉਹਨੂੰ ਰਿਸੋਰਸ ਸੈਂਟਰ ਦੇ ਵਿੱਚ ਜਾ ਕੇ ਸਮਝਾ ਸਕਦੇ ਹਾਂ ਸੋ ਜਿਨ੍ਹਾਂ ਬੱਚਿਆਂ ਨੂੰ ਵਿਅਕਤੀਗਤ ਲੋੜਾਂ ਪੈਂਦੀਆਂ ਨੇ ਵਿਅਕਤੀਗਤ ਇੰਸਟਰਕਸ਼ਨਸ ਦੀ ਲੋੜ ਆ ਉਹਨਾਂ ਲਈ ਇਹ ਯੂਜ਼ ਕੀਤਾ ਜਾਂਦਾ ਮੇਨ ਸਟਰੀਮ ਸਕੂਲਸ ਵਿੱਚ ਡਿਵੈਲਪ ਕੀਤੇ ਗਏ ਰਿਸੋਰਸ ਸੈਂਟਰਸ ਇਨਕਲੂਜਨ ਦੇ ਅੰਡਰ ਸੋ ਦਿਸ ਹੈਲਪਸ ਟੂ ਗਿਵ ਯੂ ਅ ਪ੍ਰੈਗਮੈਟਿਕ ਇੰਟਰਵੈਂਸ਼ਨ ਮੀਨਸ ਪ੍ਰੈਕਟੀਕਲ ਇੰਟਰਵੈਂਸ਼ਨ ਦਿੰਦਾ ਬੱਚੇ ਦੀ ਗਰੋਥ ਤੇ ਲਰਨਿੰਗ ਲਈ ਕੰਟੀਨਿਊਅਸ ਟੀਚਰ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਉੱਥੋਂ ਇਨਪੁਟਸ ਤੋਂ ਤੁਹਾਡੇ ਕੋਲ ਰਿਸੋਰਸ ਸੈਂਟਰ 'ਚ ਇੱਕ ਰਿਸੋਰਸ ਟੀਚਰ ਵੀ ਹੁੰਦਾ ਜੋ ਟੀਚਰ ਨੂੰ ਵੀ ਦੱਸਦਾ ਰਹਿੰਦਾ ਵੀ ਤੁਸੀਂ ਕਿਵੇਂ ਹੈਲਪ ਕਰਨਾ ਛੋਟੀ ਛੋਟੀ ਟੀਚਿੰਗ ਏਡਸ ਡਿਵੈਲਪ ਕਰਦੇ ਹਾਂ ਆਪਾਂ ਐਂਡ ਟੀਚਰ ਨੂੰ ਇੱਕ ਪ੍ਰੋਫੈਸ਼ਨਲ ਸਪੋਰਟ ਮਿਲਦੀ ਹੈ ਕਿਉਂਕਿ ਰਿਸੋਰਸ ਸੈਂਟਰ ਦੇ ਵਿੱਚ ਜੋ ਤੁਹਾਡਾ ਰਿਸੋਰਸ ਇੰਸਟਰਕਟਰ ਹੁੰਦਾ ਜਾਂ ਰਿਸੋਰਸ ਟੀਚਰ ਹੁੰਦਾ ਉਹ ਸਪੈਸ਼ਲੀ ਟ੍ਰੇਨ ਕੀਤਾ ਗਿਆ ਹੁੰਦਾ ਸਪੈਸ਼ਲ ਬੱਚਿਆਂ ਲਈ ਐਂਡ ਵਿਅਕਤੀਗਤ ਤੌਰ 'ਤੇ ਵੀ ਇਹ ਇਸ ਲਈ ਬੱਚਿਆਂ ਨੂੰ ਹੈਲਪ ਰਹਿੰਦੀ ਕਿਉਂਕਿ ਇਹਦੇ ਵਿੱਚ ਲੈਸ ਡਿਸਟਰੈਕਟਿੰਗ ਇਨਵਾਇਰਮੈਂਟ ਹੈ ਥੋੜ੍ਹੇ ਬੱਚੇ ਇੱਕ ਟਾਈਮ ਜਾਂਦੇ ਨੇ ਪੂਰੀ ਕਲਾਸਰੂਮ ਵਿੱਚ ਤਾਂ 50-60 ਸਟੂਡੈਂਟਸ ਹੈ ਜੇ ਉਹ ਰੌਲਾ ਪਾਉਣਗੇ ਤਾਂ ਡਿਸਟਰਬੈਂਸ ਜ਼ਿਆਦਾ ਤਾਂ ਰਿਸੋਰਸ ਸੈਂਟਰ ਦੇ ਵਿੱਚ ਇੰਨੀ ਡਿਸਟਰੈਕਸ਼ਨ ਨਹੀਂ ਹੁੰਦੀ ਅਤੇ ਅਕੈਡਮਿਕ ਸਪੋਰਟ ਮਿਲਦੀ ਹੈ ਕਿਉਂਕਿ ਬੁੱਕਸ ਵੀ ਹੁੰਦੀਆਂ ਟੀਚਿੰਗ ਮਟੀਰੀਅਲਸ ਹੁੰਦੇ ਨੇ ਗੇਮਸ ਹੁੰਦੀਆਂ ਪਜ਼ਲਸ ਹੁੰਦੀਆਂ ਉਸ ਨਾਲ ਕੀ ਹੁੰਦਾ ਕਿ ਫਿਰ ਅਲਟੀਮੇਟਲੀ ਜਿਹੜੇ ਬੱਚੇ ਉਹ ਬੈਟਰ ਢੰਗ ਨਾਲ ਸਿੱਖ ਸਕਦੇ ਆ ਸੋ ਅਕੈਡਮਿਕ ਰਿਸੋਰਸ ਸਪੋਰਟ ਹੈਜ਼ ਬੀਨ ਇਨਕੋਰਪੋਰੇਟਡ ਕੰਪੋਨੈਂਟ ਇਨ ਡਿਵੈਲਪਿੰਗ ਦਿਸ ਐਂਡ ਦਿਸ ਕੈਨ ਬੀ ਯੂਜ਼ਡ ਸੋ ਜਿਵੇਂ ਸਪੋਜ਼ ਰਿਸੋਰਸ ਰੂਮ ਵਿੱਚ ਕੀ ਹੋਏਗਾ ਇੱਕ ਅਕੈਡਮਿਕ ਲੈਬ ਹੋਏਗੀ ਜਿਸ 'ਚ ਆਪਾਂ ਬੁੱਕਸ ਜਾਂ ਲਾਇਬ੍ਰੇਰੀ ਜਿਵੇਂ ਆਪਾਂ ਕਹਿ ਲਈਏ ਲੋ ਵਿਜ਼ਨ ਲੈਬ ਹੋ ਜਿਹੜੇ ਬੱਚਿਆਂ ਨੂੰ ਨਹੀਂ ਦਿਖਾਈ ਦਿੰਦਾ ਉਹਨਾਂ ਲਈ ਸਾਊਂਡ ਪ੍ਰੂਫ ਰੂਮ ਹੋਏਗਾ ਫॉर ਔਟਿਜ਼ਮ ਚਿਲਡਰਨ ਥੈਰੇਪੈਟਿਕ ਰੂਮ ਹੋਏਗਾ ਜਿੱਥੇ ਆਪਾਂ ਬੱਚਿਆਂ ਨੂੰ ਸੈਰੀਬਲ ਪਾਲਸੀ ਜਾਂ ਫਿਜ਼ੀਕਲ ਐਕਸਰਸਾਈਜ਼ਸ ਵਾਲੇ ਕਰਵਾ ਸਕਦੇ ਹਾਂ ਇੱਕ ICT ਰੂਮ ਹੋਏਗਾ ਐਂਡ ਦੈਨ ਅ ਕਲਾਸਰੂਮ ਰਾਈਟ ਐਂਡ ਇਸ ਵਿੱਚ ਜਨਰਲੀ ਕਿਹੜੀਆਂ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਨੇ ਬੱਚਿਆਂ ਦੀਆਂ ਲਰਨਿੰਗ ਲੋੜਾਂ ਨੂੰ ਪਹਿਚਾਨਣਾ ਉਹਨਾਂ ਦੀ ਫੰਕਸ਼ਨਲ ਅਸੈਸਮੈਂਟ ਕਰਨੀ ਮਤਲਬ ਐਕਚੁਅਲੀ ਕਾਰਜਸ਼ੀਲਤਾ ਨੂੰ ਦੇਖਣਾ ਕਿ ਉਹਨਾਂ ਦੀਆਂ ਕੀ ਸਟਰੈਂਥਸ ਹੈ ਕੀ ਵੀਕਨੈਸਿਸ ਹੈ ਐਂਡ ਪਲੱਸ ਇੱਕ ਟੀਚਿੰਗ ਪਲਾਨਸ ਵੀ ਇਨਕਲੂਸਿਵ ਕਲਾਸਰੂਮਸ ਲਈ ਬਣਾਉਣੇ ਬੈਰੀਅਰ ਫ੍ਰੀ ਕਲਾਸਰੂਮ ਅਰੇਂਜਮੈਂਟ ਹੁੰਦਾ ਕਿਉਂਕਿ ਖੁੱਲ੍ਹਾ ਹੁੰਦਾ ਬਹੁਤ ਜ਼ਿਆਦਾ ਬੈਂਚਸ ਨਹੀਂ ਹੁੰਦੇ ਸੋ ਐਨੀਵਨ ਕੈਨ ਗੋ ਲਾਰਜ ਪ੍ਰਿੰਟ ਬ੍ਰੇਲਸ ਟੀਚਿੰਗ ਏਡਸ ਬਣਾਏ ਹੋਏ ਹੁੰਦੇ ਨੇ ਟੀਚਿੰਗ ਟੈਕਨੀਕਸ ਲਾਈਕ ਮਲਟੀ ਸੈਂਸਰੀ ਕੋਆਪਰੇਟਿਵ ਲਰਨਿੰਗ ਪੀਅਰ ਟੀਚਿੰਗ ਇਹਨਾਂ ਦੇ ਲਈ ਤੁਹਾਨੂੰ ਉੱਥੇ ਹੈਲਪ ਮਿਲ ਜਾਂਦੀ ਹੈ ਐਂਡ ਇੱਕ ਇਨਕਲੂਸਿਵ ਟੀਚਿੰਗ ਲਰਨਿੰਗ ਮਟੀਰੀਅਲਸ ਡਿਵੈਲਪ ਕੀਤੇ ਜਾਂਦੇ ਨੇ ਜੋ ਕਿ ਸਾਰੀਆਂ ਸੈਂਸਿਸ ਨੂੰ ਯੂਜ਼ ਕਰਦੇ ਹੋਣ ਜਿਵੇਂ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ ਡਿਸਟ੍ਰਿਕਟ ਐਜੂਕੇਸ਼ਨ ਰਿਸੋਰਸ ਸੈਂਟਰ ਹੈ ਇਹਨਾਂ ਨੇ ਦਿੱਤੀ ਹੋਈ ਹੈ ਕਿ ਉਹਦੇ ਵਿੱਚ ਕੀ ਚੀਜ਼ਾਂ ਅਵੇਲੇਬਲ ਹੈ ਉੱਥੇ B.Ed ਦੇ ਸਟੂਡੈਂਟਸ ਵੀ ਉਹਨਾਂ ਨੂੰ ਯੂਜ਼ ਕਰਦੇ ਨੇ ਇਸ ਲਈ ਤੁਹਾਨੂੰ ਜਦੋਂ ਵੈਨ ਵੀ ਯੂਜ਼ ਟੂ ਟੈਲ ਯੂ ਟੂ ਮੇਕ ਟੀਚਿੰਗ ਏਡਸ ਦਿਸ ਇਜ਼ ਵਿਦ ਅ ਪਰਪਸ ਦੈਟ ਯੂ ਮੇਕ ਗੁੱਡ ਟੀਚਿੰਗ ਏਡਸ ਵਿਚ ਕੈਨ ਬੀ ਯੂਜ਼ ਟੂ ਡਿਵੈਲਪ ਅ ਲਰਨਿੰਗ ਰਿਸੋਰਸ ਸੈਂਟਰ ਉਹਦੇ 'ਚ ਆਪਾਂ ਟੀਚਿੰਗ ਲਰਨਿੰਗ ਮਟੀਰੀਅਲਸ ਜਿਵੇਂ ਬੁੱਕਸ ਮਟੀਰੀਅਲਸ ਇਹ ਸਭ ਪਾ ਸਕਦੇ ਹਾਂ ਪ੍ਰਾਇਮਰੀ ਮੈਥਸ ਕਿਟਸ ਹੁੰਦੀਆਂ ਸਾਇੰਟੀਫਿਕ ਮੋਡਲਸ ਹੁੰਦੇ ਆ ਹੈਂਡਸ ਔਨ ਮਟੀਰੀਅਲ ਹੈ ਟੈਕਸਟ ਬੁੱਕਸ ਹੈ ਸਾਰੀ ਕਲਾਸਿਸ ਦੀਆਂ ਇਹ ਬਹੁਤ ਵਾਰ ਤੁਹਾਨੂੰ ਕਿਹਾ ਹੋਇਆ ਕਿ NCERT ਦੀਆਂ ਬੁੱਕਸ ਡੋਨੇਟ ਕਰੋ so that we can have textbooks for all classes then we have computers with internet facility newspaper corner ਹੈ ਜਿੱਥੇ daily newspapers ਆਉਂਦਾ ਹੈ school children can watch CDs on different subjects we are working on it in our department also and then teaching learning material for basic operations in maths ਇਹ ਸਾਰਾ ਇੱਥੇ develop ਹੁੰਦਾ ਹੈ So resource centers can play a significant role in bringing together resources for children from different needs and this helps you to give this is a supportive measure ਇੱਕ ਤਰ੍ਹਾਂ ਦੀ help ਹੋ ਜਾਂਦੀ ਹੈ ਬੱਚੇ ਲਈ ਵੀ ਤੇ ਟੀਚਰ ਦੇ ਲਈ ਵੀ So a teacher ਦੀ and students ਦੀ responsibility ਹੈ ਕਿ we should strengthen it then we have learning corners ਕੀ ਹੁੰਦੇ ਆ ਆਪਣੀ ਹੀ ਕਲਾਸ ਦੇ ਵਿੱਚ ਆਪਾਂ ਇੱਕ ਛੋਟਾ ਜਿਹਾ corner ਬਣਾ ਲੈਂਦੇ ਆ which is used for learning so it can be library ਦੇ ਵਿੱਚ ਵੀ ਹੋ ਸਕਦਾ ਜਾਂ ਕਿਸੇ ਕਲਾਸ ਦੇ ਵਿੱਚ ਵੀ ਕੋਨਾ ਤੁਸੀਂ ਡਿਵੈਲਪ ਕਰ ਲਿਆ ਜਿੱਥੇ variety of learning resources ਤੁਸੀਂ ਰੱਖਦੇ ਹੋ so that any child can go and learn so ਜਿਵੇਂ suppose ਤੁਸੀਂ normally ਆਪਣੇ schools ਵਿੱਚ ਜਦੋਂ ਆਪਾਂ ਸਾਇੰਸ ਦੇ ਪ੍ਰੈਕਟੀਕਲਸ ਕਰਾਉਂਦੇ ਤਾਂ ਕਲਾਸ ਦੇ ਵਿੱਚ you can grow seeds in this corner fruits collect ਕਰ ਸਕਦੇ ਹੋ display ਕਰ ਸਕਦੇ ਹੋ ਬੱਚੇ ਦੀਆਂ so then this is a ਜੋ ਬੱਚੇ ਦੀਆਂ learning activities ਆ ਉਹਨਾਂ ਨੂੰ ਆਪਾਂ ਉੱਥੇ concentrate ਕਰਦੇ ਹਾਂ then ਇਸੇ ਤਰ੍ਹਾਂ ਸਰਵ ਸਿੱਖਿਆ ਅਭਿਆਨ ਦੇ ਅੰਡਰ ਤੁਹਾਡੇ ਕੋਲ ਬਲਾਕ ਰਿਸੋਰਸ ਸੈਂਟਰਸ ਐਸਟੈਬਲਿਸ਼ ਕੀਤੇ ਗਏ ਨੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ
ਰਿਸੋਰਸ ਸੈਂਟਰ ਸਟੈਬਲਿਸ਼ ਕੀਤਾ ਪਿਆ ਜੋ ਇਨ ਸਰਵਿਸ ਟੀਚਰ ਟ੍ਰੇਨਿੰਗ ਪ੍ਰੋਗਰਾਮਸ ਕਰਦਾ ਤੇ ਟੀਚਰਸ ਨੂੰ ਅਕੈਡਮਿਕ ਸਪੋਰਟ ਦਿੰਦਾ ਰੈਗੂਲਰ ਬੇਸਿਸ ਤੇ ਸੋ ਦੈਟ ਉਹ ਡਿਸੇਬਿਲਿਟੀਜ਼ ਨੂੰ ਡੀਲ ਕਰ ਸਕੇ ਐਂਡ ਇਸ ਦੇ ਵਿੱਚ ਹਰ ਤਰ੍ਹਾਂ ਦੀ ਜਿਵੇਂ ਥੈਰੇਪੀ ਟੀਚਿੰਗ ਏਡਸ ਕਿਵੇਂ ਡਿਵੈਲਪ ਕਰਨੀ ਹੈ ਈਵਨ ਇੱਥੋਂ ਤੱਕ ਕਿ ਬੱਚਿਆਂ ਦੀਆਂ ਮੈਡੀਕਲ ਚੈੱਕਅਪਸ ਆਡੀਓ ਬੱਚੇ ਦੀ ਹੀਅਰਿੰਗ ਚੈੱਕਅਪਸ ਕਰਵਾਈਆਂ ਜਾਂਦੀਆਂ ਨੇ ਸੋ ਇਹਦੇ ਵਿੱਚ ਨੋਰਮਲੀ ਸਰਵ ਸਿੱਖਿਆ ਅਭਿਆਨ ਦੇ ਅੰਡਰ ਆਪਾਂ ਨੂੰ ਏਡਸ ਐਂਡ ਅਪਲਾਇੰਸਿਸ ਸਕੂਲਸ ਨੂੰ ਸਪਲਾਈ ਕੀਤੇ ਗਏ ਨੇ ਟ੍ਰੇਨਿੰਗ ਟੀਚਰਸ ਦੀ ਕਰਵਾਈ ਗਈ ਹੈ ਕਰੈਕਟਿਵ ਸਰਜਰੀਜ਼ ਇੱਥੋਂ ਤੱਕ ਕਿ ਕਾਫੀ ਬੱਚਿਆਂ ਦੀ ਜਿਨ੍ਹਾਂ ਦੀ ਅੱਖਾਂ ਵਿੱਚ ਪ੍ਰੋਬਲਮ ਸੀ ਉਹਨਾਂ ਦੇ ਆਪਰੇਸ਼ਨਸ ਵੀ ਕਰਵਾਏ ਗਏ ਹੈ ਪੇਰੈਂਟਸ ਦੀ ਕਾਉਂਸਲਿੰਗ ਐਂਡ ਦੈਨ ਉਹਨਾਂ ਲਈ ਬੱਚਿਆਂ ਲਈ ਫੀਲਡ ਟ੍ਰਿਪਸ ਨੇਚਰ ਸਟੱਡੀ ਕੈਂਪਸ ਅਰੇਂਜ ਕਰਨਾ ਦਿਸ ਹੈਜ਼ ਬੀਨ ਡਨ ਸੋ ਮੈਨੀ ਟਾਈਮਸ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੀ ਡਾਇਵਰਸਿਟੀ ਹੁੰਦੀ ਹੈ ਉਸ ਡਾਇਵਰਸਿਟੀ ਨੂੰ ਜਾਂ ਜੋ ਮੇਰੀ ਕਲਾਸ ਵਿੱਚ ਵਿਲੱਖਣਤਾ ਹੈ ਉਹਨੂੰ ਵੀ ਆਪਾਂ ਇੱਕ ਸਰੋਤ ਦੀ ਤਰ੍ਹਾਂ ਯੂ ਹਰ ਬੱਚੇ ਦੀ ਇੱਕ ਆਪਣੀ ਕਾਬਲੀਅਤ ਹੈ ਸੋ ਯੂ ਕੈਨ ਯੂਜ਼ ਦੈਟ ਡਿਫਰੈਂਸਿਸ ਆਲਸੋ ਐਜ਼ ਅ ਰਿਸੋਰਸ ਸੋ NCF 2005 ਅਗੇਨ ਸਟ੍ਰੈਸ ਕਰਦਾ ਕਿ ਸਾਡੇ ਬੱਚਿਆਂ ਨੂੰ ਫੀਲ ਕਰਨ ਦੀ ਲੋੜ ਹੈ ਕਿ ਈਚ ਵਨ ਆਫ ਦੈਮ ਦੇਅਰ ਹੋਮ ਕਮਿਊਨਿਟੀ ਲੈਂਗੁਏਜ ਐਂਡ ਕਲਚਰ ਇਜ਼ ਵੈਲਿਊਏਬਲ ਹਰ ਬੱਚਾ ਉਹਦਾ ਘਰ ਉਹਦੀ ਸਮੁਦਾਇ ਉਹਦੀ ਭਾਸ਼ਾ ਅਤੇ ਉਹਦਾ ਸੱਭਿਆਚਾਰ ਇੱਕ ਵੈਲਿਊਏਬਲ ਰਿਸੋਰਸ ਹੈ ਐਂਡ ਉਹਨਾਂ ਐਕਸਪੀਰੀਅੰਸਿਸ ਨੂੰ ਜੋ ਬੱਚਿਆਂ ਦੇ ਹੈ ਤੁਸੀਂ ਐਨਾਲਾਈਜ਼ ਕਰ ਸਕਦੇ ਹੋ ਸਕੂਲ ਵਿੱਚ ਐਂਡ ਦੈਨ ਦਿਸ ਵਿਲ ਹੈਲਪ ਐਵਰੀਵਨ ਟੂ ਕਮ ਟੂਗੈਦਰ ਐਂਡ ਦੈਨ ਅਲਟੀਮੇਟਲੀ ਆਪਾਂ ਬੱਚਿਆਂ ਨੂੰ ਇੱਕ ਵਧੀਆ ਲਾਈਫ ਸਕਿੱਲ ਉਹਨਾਂ ਵਿੱਚ ਡਿਵੈਲਪ ਕਰ ਸਕਦੇ ਹਾਂ ਰਾਈਟ ਸੋ ਜਿਵੇਂ ਆਪਾਂ ਇਹਦੇ ਵਿੱਚ ਡਿਫਰੈਂਟ ਐਕਟੀਵਿਟੀਜ਼ ਕਰਵਾ ਸਕਦੇ ਹਾਂ ਕਲਾਸ ਵਿੱਚ ਜਿਸ 'ਚ ਆਪਾਂ ਬੱਚਿਆਂ ਦੀ ਡਾਇਵਰਸਿਟੀ ਨੂੰ ਯੂਜ਼ ਕਰੀਏ ਜਿਵੇਂ ਸ਼ੇਅਰ ਦੇਅਰ ਓਨ ਐਕਸਪੀਰੀਅੰਸਿਸ ਹਰ ਬੱਚੇ ਦੇ ਆਪਣੇ ਐਕਸਪੀਰੀਅੰਸਿਸ ਤੁਹਾਡੇ ਜਿਵੇਂ ਆਪਾਂ ਸਪੋਜ਼ ਜੇ ਕਲਚਰ ਪੜ੍ਹਾ ਰਹੇ ਹਾਂ ਜਾਂ ਆਪਾਂ ਆਕੂਪੇਸ਼ਨ ਪੜ੍ਹਾ ਰਹੇ ਹਾਂ ਸੋ ਯੂ ਵਿਲ ਹੈਵ 50 ਸਟੂਡੈਂਟਸ ਦੇ ਬੱਚੇ ਪੇਰੈਂਟਸ ਹੈ ਜੋ ਡਿਫਰੈਂਟ ਆਕੂਪੇਸ਼ਨਸ ਦੇ ਹੋਣਗੇ ਐਂਡ ਵੀ ਕੈਨ ਹੈਵ ਅ ਡਿਸਕਸ਼ਨ ਇਨ ਦੀ ਕਲਾਸਰੂਮ ਜਿੱਥੇ ਹਰ ਬੱਚਾ ਆਪਣੇ ਫਾਦਰ ਦੀ ਆਕੂਪੇਸ਼ਨ ਨੂੰ ਐਕਸਪਲੇਨ ਕਰੇ ਸੋ ਤੁਸੀਂ ਇੱਕੋ ਟਾਈਮ ਇੱਕ ਕਲਾਸ ਦੇ ਵਿੱਚ 50 ਡਿਫਰੈਂਟ ਆਕੂਪੇਸ਼ਨਸ ਦਾ ਐਕਸਪੋਜਰ ਬੱਚਿਆਂ ਨੂੰ ਦੇ ਸਕਦੇ ਹੋ ਦੈਨ ਸੈਕਿੰਡ ਕੈਨ ਬੀ ਰੇਸ ਕੁਐਸਚਨਸ ਮੈਨੀ ਟਾਈਮਸ ਕੀ ਹੁੰਦਾ ਕਿ ਕਿਸੇ ਵੀ ਵਿਸ਼ੇ ਨੂੰ ਲੈ ਕੇ ਹਰ ਬੱਚੇ ਦੀ ਇੱਕ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਖਾਸ ਕਰਕੇ ਜਿਹੜੇ ਆਪਣੀਆਂ ਸਮਾਜ ਦੀਆਂ ਸਮੱਸਿਆਵਾਂ ਨੇ ਕੰਸਰਨਸ ਨੇ ਉਹਨਾਂ ਦੇ ਉੱਤੇ ਬੱਚੇ ਨੂੰ ਕਿਹਾ ਜਾ ਸਕਦਾ ਕਿ ਹਰ ਬੱਚਾ ਇੱਕ ਕੁਐਸਚਨ ਪੁੱਛੇਗਾ and obviously that question will create a curiosity in children ਔਰ ਬੱਚੇ ਸੋਚਣਗੇ ਤਾਂ ਹੀ ਕੁਐਸਚਨ ਪੁੱਛਣਗੇ ਐਂਡ ਦੈਨ ਜਦੋਂ ਆਪਾਂ ਉਹਨਾਂ ਦੇ ਆਨਸਰਸ ਲਵਾਂਗੇ ਤਾਂ ਐਂਡ ਆਫ ਦ ਡੇ ਬੱਚੇ ਨੂੰ ਇਹ ਵੀ ਪਤਾ ਕਿ ਇੱਥੇ ਮੇਰੇ ਸਵਾਲ ਨੂੰ ਜੱਜ ਨਹੀਂ ਕੀਤਾ ਜਾਏਗਾ ਦਿਸ ਇਜ਼ ਨਾਟ ਅ ਪਲੈਟਫਾਰਮ ਜਿੱਤੇ ਮੈਨੂੰ ਕੇਸ ਚਲਾ ਦੇਗਾ ਕੋਈ ਵੀ ਤੂੰ ਇਹ ਸਵਾਲ ਕਿਉਂ ਚੱਕਿਆ ਸੋ ਦਿਸ ਵਿਲ ਹੈਲਪ ਟੂ ਮੇਕ ਜਿਹੜੀ ਬੱਚਿਆਂ ਦੀ ਨੌਲੇਜ ਹੈ ਉਹ ਬਾਹਰ ਆਏਗੀ ਐਂਡ ਵੀ ਕੈਨ ਯੂਜ਼ ਦੈਟ ਪ੍ਰੋਵਾਈਡ ਐਕਸਪਲੇਨੇਸ਼ਨ ਇਨ ਦੇਅਰ ਓਨ ਪ੍ਰੈਫਰਡ ਸਟਾਈਲ ਕਿਸੇ ਵੀ ਵਿਸ਼ੇ ਨੂੰ ਆਪਣੇ ਢੰਗ ਨਾਲ ਬੱਚੇ ਐਕਸਪਲੇਨ ਕਰਨ ਜੋ ਬੋਲ ਕੇ ਐਕਸਪਲੇਨ ਕਰਨਾ ਚਾਹੁੰਦਾ ਉਹ ਬੋਲ ਕੇ ਕਰੇ ਜੋ ਲਿਖ ਕੇ ਕਰਨਾ ਚਾਹੁੰਦਾ ਲਿਖ ਕੇ ਕਰੇ ਕੋਈ ਡਰਾਮਾ ਕ੍ਰੀਏਟ ਕਰਨਾ ਚਾਹੁੰਦਾ ਉਹ ਡਰਾਮਾ ਕ੍ਰੀਏਟ ਕਰੇ ਸੋ ਦਿਸ ਵੇ ਆਲਸੋ ਵੀਲ ਹੈਵ ਡਾਇਵਰਸਿਟੀ ਇਨ ਆਰ ਟੀਚਿੰਗ ਪ੍ਰੋਸੈਸ ਗਰੁੱਪ ਵਰਕਸ ਕਰਵਾ ਸਕਦੇ ਆਪਾਂ ਬੱਚਿਆਂ ਨੂੰ ਉਹਦੇ ਨਾਲ ਵੀ ਤੁਸੀਂ ਹਰ ਬੱਚੇ ਨੂੰ ਇਨਵੋਲਵ ਕਰ ਸਕਦੇ ਹੋ ਸੋ ਦਿਸ ਕੈਨ ਬੀ ਯੂਜ਼ਡ now this you need not cover the theoretical perspective of diversity ਤੁਹਾਨੂੰ ਨਹੀਂ ਲੋਡ ਕਰਨ ਦੀ ਬਿਕੋਜ਼ ਇੰਨਾ ਡਿਟੇਲ ਵਿੱਚ ਆਪਾਂ ਨੂੰ ਨਹੀਂ ਲੋਡ ਇਸ ਨੂੰ ਕਰਨ ਦੀ ਯੂ ਕੈਨ ਓਨਲੀ ਡੂ ਇਸ ਕਿ ਡਾਇਵਰਸਿਟੀ ਨੂੰ ਇੱਕ ਰਿਸੋਰਸ ਦੀ ਤਰ੍ਹਾਂ ਅਸੀਂ ਕਿਵੇਂ ਯੂਜ਼ ਕਰ ਸਕਦੇ ਯੂ ਕੈਨ ਲੀਵ ਆਲ ਦਿਸ but this was all about the teaching learning material and the development of different resources go through the summary has very importantly ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਕਵਰ ਕੀਤੇ ਹੋਏ ਨੇ ਮੇਜਰ ਪੁਆਇੰਟਸ ਜੋ ਤੁਹਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ so thank you students happy enjoy your learning process and stay home and stay safe thank